बहुत ही ਸਤਿਕਾਰਯੋਗ ਮੁਅੱਜ਼ਿਜ਼ ਹਾਜ਼ਰੀਨ, ਆਓ ਸਭ ਤੋਂ ਪਹਿਲਾਂ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਪਵਿੱਤਰ ਫਤਿਹ ਬੁਲੰਦ ਕਰੀਏ। ਸਤਿਕਾਰ ਸਹਿਤ ਆਖਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਸਰ ਸਾਰੇ ਅਸੀਂ ਸੋਸ਼ਲ ਮੀਡੀਆ ਦੇ ਉੱਪਰ ਜਾਂ ਸਮਾਜਿਕ ਮਾਧਿਅਮਾਂ ਦੇ ਉੱਪਰ ਜਿੰਨੀਆਂ ਕੁ ਖਬਰਾਂ ਆਉਂਦੀਆਂ ਨੇ, ਅਸੀਂ ਸਾਰੇ ਹੀ ਉਹਨਾਂ ਦੇ ਨਾਲ ਤਕਰੀਬਨ ਜੁੜੇ ਹੁੰਦੇ ਹਾਂ, ਜਾਂ ਫਿਰ ਤਕਰੀਬਨ ਥੋੜ੍ਹੀ ਬਹੁਤੀ ਜਾਣਕਾਰੀ ਅਸੀਂ ਸਾਰੇ ਹੀ ਰੱਖ ਰਹੇ ਹੁੰਦੇ ਹਾਂ। ਨਵੀਂ ਜਾਣਕਾਰੀ ਕੱਲ੍ਹ ਪਰਸੋਂ ਤੋਂ ਜਿਹੜੀ ਆ ਰਹੀ ਹੈ, ਉਹਦੇ ਆਉਣ ਵਾਲੇ ਪ੍ਰਭਾਵ ਦੇ ਬਾਰੇ ਸੋਚਣਾ ਬਹੁਤ ਜ਼ਰੂਰੀ ਹੈ, ਕਿਉਂਕਿ ਤੁਸੀਂ ਅਖਬਾਰਾਂ ਦੇ ਵਿੱਚ ਜਿੰਨੀਆਂ ਵੀ ਮੋਢੀ ਅਖਬਾਰਾਂ ਨੇ ਇਸ ਦੇਸ਼ ਦੀਆਂ, ਮੇਨ ਸਟ੍ਰੀਮ ਮੀਡੀਆ ਦੇ ਵਿੱਚ ਵੀ, ਚਾਹੇ ਉਹ ਇੰਡੀਅਨ ਐਕਸਪ੍ਰੈਸ ਹੈ, ਜਨਸੱਤਾ, ਹਿੰਦੀ, ਪੰਜਾਬੀ, ਅੰਗਰੇਜ਼ੀ ਦੀਆਂ ਸਾਰੀਆਂ ਅਖਬਾਰਾਂ ਦੇ ਵਿੱਚ ਤੁਸੀਂ ਇਸ ਖਬਰ ਨੂੰ ਪੜ੍ਹਿਆ ਹੋਵੇਗਾ ਕਿ ਜਿਹੜੀ ਇੱਕ ਗਰੋਸਰੀ ਸਟੋਰਾਂ ਦੀ ਇੱਕ ਵੱਡੀ ਚੇਨ ਹੈ 7-11, ਜਿਹੜੀ ਕਿ ਬੇਸਿਕਲੀ ਤਾਂ ਮੂਲ ਰੂਪ ਦੇ ਵਿੱਚ ਅਮਰੀਕਾ ਦੇ ਵਿੱਚ ਉਸ ਦੀ ਆਰੰਭਤਾ ਹੋਈ ਸੀ, ਮਲਕੀਅਤ ਉੱਥੋਂ ਦੀ ਹੈ, ਔਰ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਉਹਨਾਂ ਦੀਆਂ ਬਹੁਤ ਸਾਰੀਆਂ ਜਿਹੜੀ ਕਹਿ ਸਕਦੇ ਹੋ ਕਿ ਸ਼ਾਖਾਵਾਂ ਨੇ। ਅਤੇ ਰਿਲਾਇੰਸ ਦੇ ਵੱਲੋਂ ਹੁਣ ਉਹਨਾਂ ਨੂੰ ਹਿੰਦੁਸਤਾਨ ਦੇ ਵਿੱਚ ਕਹਿ ਸਕਦੇ ਹੋ ਕਿ ਲਾਂਚ ਕਰ ਦਿੱਤਾ ਗਿਆ, ਔਰ ਪਹਿਲਾ ਜਿਹੜਾ ਉਸ ਦਾ ਸਟੋਰ ਹੈ ਉਹ ਮੁੰਬਈ ਦੇ ਵਿੱਚ ਖੋਲ੍ਹ ਚੁੱਕਾ ਹੈ। ਸੋ ਇਹਦੇ ਨਾਲ ਅਸਰ ਕੀ ਪਵੇਗਾ ਕਿ ਜਿਹੜਾ ਛੋਟਾ ਅਤੇ ਮੱਧ ਵਰਗੀ ਦੁਕਾਨਦਾਰ ਹੈ, ਕਰਿਆਨਾ ਵਿਕਰੇਤਾ, ਜਿਹੜਾ ਸਭ ਤੋਂ ਵੱਧ ਉਹਦੇ ਉੱਪਰ ਜਿਹੜਾ ਇਸ ਦਾ ਅਸਰ ਪਵੇਗਾ। ਅਕਸਰ ਤੁਸੀਂ ਪਿਛਲੇ ਸਮੇਂ ਦੇ ਵਿੱਚ ਵੇਖਿਆ ਹੋਣਾ ਹੈ ਕਿ ਜਿਸ ਤਰ੍ਹਾਂ ਦੇ ਨਾਲ ਕਿਸਾਨ ਸੰਘਰਸ਼ ਚੱਲ ਰਿਹਾ ਸੀ, ਤਾਂ ਉਸ ਨੂੰ ਕਿਤੇ ਨਾ ਕਿਤੇ ਕੇਵਲ ਕਿਸਾਨੀ ਦੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਸੀ ਕਿ ਕਿਸਾਨੀ ਦਾ ਮੁੱਦਾ ਹੈ, ਅਤੇ ਜਿਹੜੇ ਬਹੁਤੇ ਸਾਡੇ ਸ਼ਹਿਰੀ ਭਰਾ ਸੀ ਜਾਂ ਸ਼ਹਿਰੀ ਦੁਕਾਨਦਾਰ ਸੀ, ਕਿਤੇ ਨਾ ਕਿਤੇ ਉਹ ਭਾਜਪਾ ਦੀ ਜਾਂ ਸੰਘ ਦੀ ਇੱਕ ਨੀਤੀ ਦਾ ਸ਼ਿਕਾਰ ਹੋ ਚੁੱਕੇ ਸਨ ਕਿ ਇਹ ਕਿਸਾਨਾਂ ਦਾ ਮੁੱਦਾ ਹੈ, ਔਰ ਇਹ ਤਾਂ ਜਾਣ ਬੁੱਝ ਕੇ ਦੇਸ਼ ਦੇ ਜਾਂ ਸਟੇਟ ਦੇ ਜਾਂ ਸੂਬੇ ਦੇ ਹਾਲਾਤ ਖਰਾਬ ਕਰਨ ਦੇ ਵਾਸਤੇ ਲੋਕਾਂ ਨੂੰ ਭੜਕਾ ਰਹੇ ਨੇ, ਖਾਲਿਸਤਾਨੀ ਨੇ, ਬੱਬਰ ਖਾਲਸਾ ਵਾਲੇ ਨੇ। ਸੋ ਜਿਹੜੀਆਂ ਮੈਂ ਬਹੁਤ ਸਾਰੀ ਆਪਣੇ ਲੈਕਚਰ ਦੇ ਵਿੱਚ ਜਾਂ ਆਪਣੇ ਵਿਖਿਆਨਾਂ ਦੇ ਵਿੱਚ ਬਹੁਤ ਵਾਰੀ ਬਿਆਨ ਕਰ ਚੁੱਕਾ ਕਿ ਜਿਹੜਾ ਫਾਸ਼ੀਵਾਦ ਹੁੰਦਾ, ਜਿਸ ਨੂੰ ਫਾਸਿਜ਼ਮ ਕਿਹਾ ਜਾਂਦਾ ਹੈ, ਬੇਸ਼ੱਕ ਕਹਿਣ ਨੂੰ ਅਸੀਂ ਕਹਿੰਦੇ ਹਾਂ ਕਿ ਇਹ ਡੈਮੋਕ੍ਰੇਸੀ ਹੈ, ਇਹ ਲੋਕਤੰਤਰ ਹੈ, ਪਰ ਦਰਅਸਲ ਹੈ ਇਹ ਵੀ ਇੱਕ ਤਰ੍ਹਾਂ ਦੇ ਨਾਲ ਡਿਕਟੇਟਰਸ਼ਿਪ ਹੈ। ਸੋ ਇਹ ਜਿਹੜੀ ਡੈਮੋਕ੍ਰੇਸੀ ਦੇ ਪਰਦੇ ਹੇਠ ਜਿਹੜੀ ਡਿਕਟੇਟਰਸ਼ਿਪ ਹੁੰਦੀ ਹੈ, ਇਹਦੇ ਵਿੱਚ ਲੋਕਾਂ ਨੂੰ ਇੱਕ ਖਾਸ ਸੂਤਰ ਦੇ ਵਿੱਚ ਬੰਨ੍ਹ ਕੇ ਰੱਖਣ ਦੇ ਵਾਸਤੇ ਦੋ ਵਿਧੀਆਂ ਵਰਤੀਆਂ ਜਾਂਦੀਆਂ ਨੇ, ਜਾਂ ਭੈ ਦੇਣਾ ਅਤੇ ਜਾਂ ਫਿਰ ਭੈ ਦਿਖਾਉਣਾ। ਸੋ ਇਸ ਕਰਕੇ ਜਿਹੜੇ ਬਹੁਤੇ ਵੀ ਗੈਰ ਕਾਸ਼ਤਕਾਰ ਲੋਕ ਸੀ, ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਇਹ ਭੈ ਦੇ ਦਿੱਤਾ ਗਿਆ ਸੀਗਾ ਕਿ ਕਿਸਾਨ ਜਿਹੜੇ ਨੇ ਉਹ ਤਾਂ ਹਾਲਾਤ ਖਰਾਬ ਕਰ ਰਹੇ ਨੇ, ਅਤੇ ਤੁਹਾਡੀ ਸੁਰੱਖਿਆ ਇਸੇ ਵਿੱਚ ਹੀ ਹੈ। ਖਾਸ ਕਰਕੇ ਕਿਤੇ ਨਾ ਕਿਤੇ ਉਹਨਾਂ ਨੂੰ ਜਿਸ ਤਰ੍ਹਾਂ ਕਿ ਸੰਘ ਦੀਆਂ ਨੀਤੀਆਂ ਦੇ ਮੁਤਾਬਕ ਕਿਤੇ ਹਿੰਦੂ ਮੁਸਲਮਾਨ ਨੂੰ ਭੜਕਾ ਦੇਣਾ, ਕਿਤੇ ਹਿੰਦੂ ਸਿੱਖਾਂ ਦੇ ਵਿੱਚ ਦਰਾਰ ਪੈਦਾ ਕਰ ਦੇਣੀ, ਉਹ ਜਿਹੜੀਆਂ ਐਵੇਂ ਦੀਆਂ ਫਿਰਕਾ ਪ੍ਰਸਤੀ ਵਾਲੀਆਂ ਨੀਤੀਆਂ ਸੀ, ਉਹਦੇ ਵਿੱਚ ਬਿਲਕੁਲ ਕਿਸਾਨ ਸੰਘਰਸ਼ ਦੀ ਤਸਵੀਰ ਨੂੰ ਵੀ ਇਸ ਤਰ੍ਹਾਂ ਦੇ ਨਾਲ ਪੇਸ਼ ਕੀਤਾ ਗਿਆ ਕਿ ਇਹ ਤਾਂ ਕੇਵਲ ਪੰਜਾਬੀਆਂ ਦਾ ਜਾਂ ਸਿੱਖਾਂ ਦਾ ਮੁੱਦਾ ਹੈ, ਕਿਉਂਕਿ ਸਾਰੇ ਦੇਸ਼ ਦੇ ਵਿੱਚ ਹੋਰ ਵੀ ਬਹੁਤ ਸਾਰੇ ਕਿਸਾਨ ਨੇ, ਉਹ ਤਾਂ ਇੰਨੀ ਸਰਗਰਮੀ ਦੇ ਨਾਲ ਕੋਈ ਸੰਘਰਸ਼ ਨਹੀਂ ਕਰ ਰਹੇ। ਇਹ ਜਾਣ ਬੁੱਝ ਕੇ ਦੇਸ਼ ਦਾ ਹਾਲਾਤ ਖਰਾਬ ਕਰਨ ਦੇ ਵਾਸਤੇ ਵਿਦੇਸ਼ਾਂ ਦੇ ਵਿੱਚ ਬੈਠੇ ਖਾਲਿਸਤਾਨੀ, ਬੱਬਰ ਖਾਲਸਾ, ਜਾਂ ਜਿੰਨੀਆਂ ਵੀ ਕਹਿ ਸਕਦੇ ਹੋ ਕਿ ਉਹਨਾਂ ਦੇ ਵੱਲੋਂ ਲੋਕਾਂ ਦੇ ਵਿੱਚ ਭੈ ਪੈਦਾ ਕਰਨ ਦੇ ਵਾਸਤੇ ਜਿੰਨੇ ਵੀ ਭਰਮ ਪੈਦਾ ਕੀਤੇ ਜਾ ਸਕਦੇ ਸੀ, ਉਹਨਾਂ ਦੇ ਵੱਲੋਂ ਉਹ ਭਰਮ ਕੀਤੇ ਗਏ। ਹੁਣ ਇਸੇ ਕਰਕੇ ਬਹੁਤ ਜਗ੍ਹਾ ਦੇ ਉੱਪਰ ਤੁਸੀਂ ਵੇਖਿਆ ਵੀ ਹੋਵੇਗਾ ਕਿ ਕਿਤੇ ਨਾ ਕਿਤੇ ਲੋਕ ਕਿਸਾਨ ਸੰਘਰਸ਼ ਦੇ ਖਿਲਾਫ ਵੀ ਇਕੱਠੇ ਹੋ ਕੇ ਆਏ, ਜਿਹੜੇ ਖਾਸ ਕਰਕੇ ਇਵੇਂ ਦੀਆਂ ਕਹਿ ਸਕਦੇ ਹੋ ਕਿ ਰਾਜਨੀਤਿਕ ਧਿਰਾਂ ਦੇ ਭੜਕਾਏ ਹੋਏ ਸਨ। ਕਿਤੇ ਨਾ ਕਿਤੇ ਆਪਸ ਦੇ ਵਿੱਚ ਕਲੈਸ਼ ਵੀ ਹੋਇਆ, ਝਗੜਾ ਵੀ ਹੋਇਆ, ਪੱਥਰਬਾਜ਼ੀ ਵੀ ਹੋਈ, ਨਾਅਰੇਬਾਜ਼ੀ ਵੀ ਹੋਈ। ਉਹਦਾ ਕਾਰਨ ਸੀ ਕਿ ਲੋਕਾਂ ਦੇ ਮਨ ਅੰਦਰ ਇੱਕ ਭਾਵਨਾ ਨੂੰ ਭਰ ਦਿੱਤਾ ਗਿਆ ਕਿ ਇਹ ਜਿਹੜੇ ਕਿਸਾਨ ਨੇ, ਇਹਨਾਂ ਦਾ ਸੰਘਰਸ਼ ਜਿਹੜਾ ਉਹ ਅਕਾਰਨ ਹੈ। ਮੈਨੂੰ ਹੁਣ ਜਦੋਂ ਉਹਨਾਂ ਦੁਕਾਨਦਾਰਾਂ ਦੇ ਉੱਪਰ ਗੱਲ ਆਈ ਹੈ, ਤਾਂ ਮੈਂ ਕੱਲ੍ਹ ਪਰਸੋਂ ਤੋਂ ਮੀਡੀਆ ਦੇ ਵਿੱਚ ਕੁਛ ਦੁਕਾਨਦਾਰਾਂ ਦੇ ਜਿਹੜੇ ਛੋਟੇ ਅਤੇ ਮੱਧ ਵਰਗੀ ਕਰਿਆਨਾ ਵੇਚਣ ਵਾਲੇ ਦੁਕਾਨਦਾਰ ਨੇ, ਜਦੋਂ ਹੁਣ ਮੈਂ ਉਹਨਾਂ ਦੇ ਬਿਆਨ ਜਾਂ ਉਹਨਾਂ ਦੇ ਥੱਲੇ ਕਮੈਂਟ ਵੇਖ ਰਿਹਾ ਸੀ, ਤਾਂ ਮੈਨੂੰ ਕਿਤੇ ਨਾ ਕਿਤੇ ਲੋਕ ਕਥਾਵਾਂ ਦੇ ਵਿੱਚ ਕਈ ਵਾਰੀ ਕਹਾਣੀਆਂ ਤਾਂ ਬਣੀਆਂ ਬਣਾਈਆਂ ਹੁੰਦੀਆਂ ਨੇ, ਛੋਟੀਆਂ ਛੋਟੀਆਂ ਹੁੰਦੀਆਂ ਨੇ, ਪਰ ਕਿਤੇ ਨਾ ਕਿਤੇ ਉਹਨਾਂ ਦਾ ਜਿਹੜਾ ਕਹਿਣ ਦਾ ਜਾਂ ਜਿਹੜਾ ਸਮਝਾਉਣ ਦਾ ਢੰਗ ਹੁੰਦਾ ਨਾ, ਉਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਅਹਿਮੀਅਤ ਰੱਖਦਾ ਹੈ। ਕਹਿੰਦੇ ਕਿ ਇੱਕ ਟੋਭੇ ਦੇ ਵਿੱਚ, ਛੋਟਾ ਛੱਪੜ ਜਿਸ ਨੂੰ ਅਸੀਂ ਕਹਿ ਦਿੰਦੇ ਹਾਂ, ਕੁਝ ਡੱਡੂ ਰਹਿੰਦੇ ਸੀ, ਅਤੇ ਕਿਤੇ ਦੋ ਕਿਸਮਾਂ ਦੇ ਡੱਡੂ ਹੋਣਗੇ, ਕਿਸੇ ਗੱਲ ਤੋਂ ਦੋਹਾਂ ਧਿਰਾਂ ਦੇ ਵਿੱਚ
ਆਪਸ ਦੇ ਵਿੱਚ ਥੋੜੇ ਤਫਰਕਾਤ ਪੈਦਾ ਹੋ ਗਏ, ਕੋਈ ਡਿਫਰੈਂਸ ਪੈਦਾ ਹੋ ਗਏ, ਕੋਈ ਝਗੜਾ ਹੋ ਗਿਆ ਆਪਸ ਦੇ ਵਿੱਚ, ਤੇ ਦੋ ਧਿਰਾਂ ਦੇ ਵਿੱਚ ਵੰਡੇ ਗਏ। ਇੱਕ ਕਿਸਮ ਦੇ ਇੱਕ ਪਾਸੇ ਹੋ ਗਏ, ਇੱਕ ਕਿਸਮ ਦੇ ਇੱਕ ਪਾਸੇ ਹੋ ਗਏ। ਕਾਰਨ ਸੀ ਕਿ ਇੱਕ ਧਿਰ ਦੇ ਜਿਹੜੇ ਡੱਡੂ ਸੀ ਉਹ ਟੋਭੇ ਨੂੰ, ਟੋਭੇ ਦੀ ਮਿੱਟੀ ਨੂੰ, ਟੋਭੇ ਦੇ ਪਾਣੀ ਨੂੰ ਬੜਾ ਪਿਆਰ ਕਰਦੇ ਸੀ, ਤੇ ਜਿਹੜੇ ਦੂਜੇ ਸੀ ਨਾ, ਕਰਦੇ ਨਹੀਂ ਸੀ, ਵਿਖਾਵਾ ਕਰਦੇ ਸੀ, ਉਹਨਾਂ ਨੂੰ ਉਹਦੇ ਨਾਲ ਮੋਹ ਕੋਈ ਨਹੀਂ ਸੀ। ਸੋ ਉਹਨਾਂ ਨੇ ਆਪਣੀ ਮਦਦ ਦੇ ਵਾਸਤੇ ਇੱਕ ਸੱਪ ਦੇ ਨਾਲ ਜਿਹੜਾ ਸੀ ਨਾ ਗਾਂਢ ਸਾਂਢ ਕਰ ਲਈ, ਤੇ ਇੱਕ ਸੱਪ ਨੂੰ ਜਿਹੜਾ ਸੀ ਟੋਭੇ ਦੇ ਵਿੱਚ ਇਹ ਕਹਿ ਕੇ ਬੁਲਾ ਲਿਆ ਕਿ ਤੂੰ ਸਾਡੇ ਵੱਲੋਂ ਆ, ਤੇ ਅਸੀਂ ਤੈਨੂੰ ਖਾਣ ਦੇ ਵਾਸਤੇ ਦੱਸਾਂਗੇ ਕਿ ਤੂੰ ਕਿੰਨੇ ਡੱਡੂ ਉੱਥੇ ਖਾ ਸਕਦਾ ਤੇ ਕਿੰਨੇ ਸਾਡੇ ਦੁਸ਼ਮਣ ਨੇ। ਸੋ ਕਹਿੰਦੇ ਨੇ ਕਿ ਉਹਨਾਂ ਡੱਡੂਆਂ ਨੇ ਸੱਪ ਨੂੰ ਬੁਲਾ ਤੇ ਲਿਆ। ਹੌਲੀ ਹੌਲੀ ਜਿਹੜੇ ਦੁਸ਼ਮਣ ਸੀ ਉਹ ਡੱਡੂ ਤਾਂ ਸਾਰੇ ਜਿਹੜੇ ਸੀਗੇ ਸੱਪ ਖਾ ਗਿਆ, ਤੇ ਹੁਣ ਆਦਤ ਪੈ ਚੁੱਕੀ ਸੀ ਟੋਭੇ 'ਚ ਰਹਿ ਕੇ, ਵਿਹਲਾ ਰਹਿ ਕੇ ਸੱਪ ਖਾਣ ਦੀ, ਤੇ ਹੁਣ ਉਹਨਾਂ ਦੀ ਵਾਰੀ ਆ ਗਈ ਜਿਨ੍ਹਾਂ ਨੇ ਖੁਦ ਬੁਲਾਇਆ ਸੀ। ਸੋ ਕਿਤੇ ਨਾ ਕਿਤੇ ਇੰਝ ਹੀ ਲੱਗ ਰਿਹਾ ਹੈ ਕਿ ਹੁਣ ਆਪ ਵੀ ਇਸੇ ਸਨਅਤਕਾਰੀ ਸੱਪ ਦੇ ਸ਼ਿਕਾਰ ਉਹ ਲੋਕ ਹੋ ਰਹੇ ਨੇ ਜਿਹੜੇ ਕਿਸਾਨ ਸੰਘਰਸ਼ ਦੇ ਖਿਲਾਫ ਰੌਲਾ ਪਾਉਂਦੇ ਸੀ, ਜਿਹੜੇ ਕਿਸਾਨ ਸੰਘਰਸ਼ ਨੂੰ ਬਦਨਾਮ ਕਰਦੇ ਸੀ। ਤੇ ਹੁਣ ਤੁਸੀਂ ਵੇਖ ਹੀ ਰਹੇ ਹੋ ਕਿ ਜਿਸ ਤਰ੍ਹਾਂ ਸਨਅਤੀ ਘਰਾਣਿਆਂ ਨੇ ਤੇਲ ਦੇ ਉੱਪਰ, ਕੋਲੇ ਦੇ ਉੱਪਰ, ਅਨਾਜ ਦੇ ਉੱਪਰ, ਤੇ ਹੁਣ ਅਨਾਜ ਵਿਕਰੇਤਾ ਦੇ ਉੱਪਰ ਜਿਸ ਤਰ੍ਹਾਂ ਦੇ ਨਾਲ ਕਬਜ਼ਾ ਕੀਤਾ ਹੋਇਆ ਹੈ, ਹੁਣ ਸ਼ਾਇਦ ਲੋਕੀ ਇਸ ਗੱਲ ਨੂੰ ਸਮਝਣਗੇ ਕਿ ਕਿਸ ਤਰ੍ਹਾਂ ਦੇ ਨਾਲ ਵੱਡੇ ਸਨਅਤੀ ਘਰਾਣੇ ਜਿਹੜੇ ਨੇ ਉਹਨਾਂ ਦੇ ਕੋਲ ਲੋਕਾਂ ਦੇ ਹਿੱਤਾਂ ਨੂੰ ਵੇਚਿਆ ਜਾ ਰਿਹਾ। ਬਿਜਲੀ ਦਾ ਜੋ ਹਾਲ ਹੋ ਰਿਹਾ ਉਹ ਤੁਸੀਂ ਵੇਖ ਰਹੇ ਹੋ। ਹੁਣ ਇਹ ਖਤਰਾ ਜਿਹੜਾ ਹੈ ਉਹ ਸਾਰੇ ਲੋਕਾਂ ਦੇ ਸਿਰਾਂ ਦੇ ਉੱਪਰ ਮੰਡਰਾ ਰਿਹਾ ਹੈ, ਔਰ ਖਾਸ ਕਰਕੇ ਜਿਹੜਾ ਇੱਕ ਮੱਧ ਵਰਗ ਦਾ ਤੇ ਛੋਟੇ ਦਰਜੇ ਦਾ ਜਿਹੜਾ ਕਰਿਆਨਾ ਵਿਕਰੇਤਾ ਸੀ, ਜਿਹੜਾ ਗਰੋਸਰੀ ਸਟੋਰ ਵਾਲਾ ਸੀ, ਉਹ ਹੁਣ ਜ਼ਿਆਦਾ ਚਿੰਤਾ ਦੇ ਵਿੱਚ ਹੈ ਕਿ ਜਦੋਂ ਉਸ ਨੇ ਹੁਣ ਇਹ ਪੜ੍ਹਿਆ ਕਿ ਮੁੰਬਈ ਦੇ ਵਿੱਚ ਜਿਹੜਾ ਇੱਕ 7-11 ਖੁੱਲ ਗਿਆ, ਤੇ ਰਿਲਾਇੰਸ ਰਿਟੇਲ ਵੈਂਚਰਸ ਦੇ ਨਾਲ, ਜਿਸ ਦੀ ਮਲਕੀਅਤ ਈਸ਼ਾ ਅੰਬਾਨੀ ਦੇ ਕੋਲ ਹੈ, ਅੰਬਾਨੀ ਪਰਿਵਾਰ ਦੇ ਵਿੱਚੋਂ, ਕਿਉਂਕਿ ਇਸ ਸਾਰਾ ਜਿਹੜਾ 7-11 ਜਿਹੜਾ ਗਰੁੱਪ ਹੈ ਤਕਰੀਬਨ 18-19 ਦੇਸ਼ਾਂ ਦੇ ਵਿੱਚ 77,000 ਤੋਂ ਵੱਧ ਜਿਹੜੀਆਂ ਇਹਨਾਂ ਦੀਆਂ ਸ਼ਾਖਾਵਾਂ ਨੇ। ਜੇਕਰ ਤੁਸੀਂ ਇਹਦਾ ਕਹਿ ਸਕਦੇ ਹੋ ਕਿ ਪ੍ਰਭਾਵ ਜਿਹੜਾ ਇੰਪੈਕਟ ਵੇਖਣਾ ਹੋਵੇ ਤੇ ਤੁਸੀਂ ਥਾਈਲੈਂਡ ਵਗੈਰਾ ਵਰਗੇ ਦੇਸ਼ਾਂ 'ਚ ਜਾ ਕੇ ਵੇਖ ਸਕਦੇ ਹੋ ਕਿ ਹਰ ਨੁੱਕਰ ਦੇ ਉੱਪਰ ਜਿਹੜੇ ਨੇ 7-11 ਖੁੱਲੇ ਹੋਏ ਨੇ, ਤੇ ਜਿਹੜੀ ਉਹਨਾਂ ਦੀ ਉੱਥੇ ਮੂਲ ਕਰਿਆਨੇ ਦੀ ਵਿਕਰੇਤਾਵਾਂ ਦੀ ਜਿਹੜੀ ਕਹਿ ਸਕਦੇ ਹੋ ਦੁਕਾਨਦਾਰੀ ਸੀ, ਉਹ ਕਿਤੇ ਨਾ ਕਿਤੇ ਖਤਮ ਹੋ ਚੁੱਕੀ ਹੈ। ਸੋ ਇਹ ਖਤਰਾ ਜਿਹੜਾ ਹੈ ਹੁਣ ਉਹਨਾਂ ਦੇ ਉੱਪਰ ਆ ਗਿਆ, ਕਿਉਂਕਿ ਜਦੋਂ ਇਸ ਤਰ੍ਹਾਂ ਦੇ ਕਾਰਪੋਰੇਟ ਘਰਾਣੇ ਜਿਹੜੇ ਨੇ, ਸਨਅਤਕਾਰੀ ਘਰਾਣੇ ਨੇ, ਜਦੋਂ ਉਹ ਇਸ ਤਰ੍ਹਾਂ ਦੇ ਕਰਿਆਨਾ ਸਟੋਰ ਲੈ ਕੇ ਮਾਰਕੀਟ ਦੇ ਵਿੱਚ ਉਤਰਨਗੇ, ਤੇ ਵੈਰਾਈਟੀ ਤੇ ਵਕਤ, ਇੱਕ ਤੇ ਉਹਨਾਂ ਕੋਲ ਹਰ ਚੀਜ਼ ਦੀ ਵੈਰਾਈਟੀ ਬਹੁਤ ਹੁੰਦੀ ਹੈ। ਦੂਸਰੀ ਗੱਲ ਹੈ ਕਿ 7-11 ਦਾ ਭਾਵ ਵੀ ਹੈ ਕਿ ਉਹ ਜ਼ਿਆਦਾ ਚਿਰ ਖੁੱਲਦਾ ਹੈ, ਤਕਰੀਬਨ 24 ਘੰਟੇ ਦੇ ਕਰੀਬ ਉਹ ਸਟੋਰ ਖੁੱਲੇ ਰਹਿੰਦੇ ਨੇ, ਤੇ ਉਹਦੇ ਨਾਲ ਹੁਣ ਇਹ ਖਤਰਾ ਉਸ ਦੁਕਾਨਦਾਰੀ ਨੂੰ ਵੀ ਪੈਦਾ ਹੋ ਗਿਆ ਹੈ, ਜਿਹੜੀ ਦੁਕਾਨਦਾਰੀ ਕਦੀ ਕਹਿੰਦੀ ਸੀ ਕਿ ਜੱਟਾਂ ਦਾ ਜਿਹੜਾ ਸੰਘਰਸ਼ ਹੈ, ਕਿਸਾਨਾਂ ਦਾ ਜਿਹੜਾ ਸੰਘਰਸ਼ ਹੈ ਨਾ, ਇਹ ਤੇ ਕਾਰਨ ਹੈ। ਪਰ ਹੁਣ ਮੈਨੂੰ ਕਈ ਵਾਰੀ ਮਾਰਟਨ ਨਿਮਲਰ ਦੀ ਉਹ ਕਵਿਤਾ ਯਾਦ ਆ ਜਾਂਦੀ ਹੈ। ਬੇਸ਼ੱਕ ਉਸਨੇ ਯੂਨੀਅਨਿਸਟ ਕਾਮਰੇਡਾਂ ਤੇ ਯਹੂਦੀਆਂ ਦੇ ਬਾਰੇ ਲਿਖੀ ਸੀ ਕਿ ਪਹਿਲਾਂ ਉਹ ਕਾਮਰੇਡਾਂ ਦੇ ਬਾਰੇ ਆਏ ਤੇ ਮੈਂ ਚੁੱਪ ਰਿਹਾ ਕਿਉਂਕਿ ਮੈਂ ਕਾਮਰੇਡ ਨਹੀਂ ਸੀ, ਫਿਰ ਯੂਨੀਅਨਿਸਟ ਦੇ ਬਾਰੇ ਆਏ, ਮੈਂ ਚੁੱਪ ਰਿਹਾ ਕਿਉਂਕਿ ਮੈਂ ਯੂਨੀਅਨਿਸਟ ਨਹੀਂ ਸੀ, ਫਿਰ ਉਹ ਯਹੂਦੀਆਂ ਦੇ ਖਿਲਾਫ ਆਵੇ, ਮੈਂ ਤਾਂ ਵੀ ਚੁੱਪ ਰਿਹਾ ਕਿਉਂਕਿ ਮੈਂ ਯਹੂਦੀ ਨਹੀਂ ਸੀ, ਤੇ ਹੁਣ ਉਹ ਮੇਰੇ ਖਿਲਾਫ ਆਏ ਨੇ ਤੇ ਮੇਰੇ ਨਾਲ ਕੋਈ ਵੀ ਨਹੀਂ। ਹੁਣ ਬਿਲਕੁਲ ਮੈਨੂੰ ਅੱਜ ਜਦੋਂ ਮੈਂ ਹੁਣ ਦੁਕਾਨਦਾਰਾਂ ਦੇ, ਛੋਟੇ ਮੱਧ ਵਰਗੀ ਕਰਿਆਨਾ ਵਿਕਰੇਤਾਵਾਂ ਦੇ 7-11 ਦੀ ਚੇਨ ਆਉਣ ਤੋਂ ਬਾਅਦ ਜਦੋਂ ਮੈਂ ਕਮੈਂਟ ਵੇਖ ਰਿਹਾ ਸੀ, ਤਾਂ ਮੈਨੂੰ ਬਿਲਕੁਲ ਇਸੇ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਉਹ ਸਿੱਖਾਂ ਲਈ ਆਏ, ਮੈਨੂੰ ਕੋਈ ਦੁੱਖ ਨਹੀਂ ਸੀ ਕਿਉਂਕਿ ਮੈਂ ਸਿੱਖ ਨਹੀਂ। ਫਿਰ ਉਹ ਪੰਜਾਬੀਆਂ ਦੇ ਉੱਪਰ ਚੜ੍ਹ ਕੇ ਆਏ, ਮੈਨੂੰ ਕੋਈ ਦੁੱਖ ਨਹੀਂ ਸੀ ਕਿਉਂਕਿ ਮੈਂ ਪੰਜਾਬੀ ਨੂੰ ਕਦੀ ਮੋਹ ਹੀ ਨਹੀਂ ਕੀਤਾ। ਫਿਰ ਉਹ ਕਿਸਾਨਾਂ ਦੇ ਖਿਲਾਫ ਆਏ, ਮੈਨੂੰ ਤਾਂ ਵੀ ਕੋਈ ਦੁੱਖ ਨਾ ਲੱਗਾ ਕਿਉਂਕਿ ਮੈਂ ਕਿਸਾਨ ਨਹੀਂ ਸੀ। ਤੇ ਹੁਣ ਭੀੜ ਮੇਰੇ ਆਪਣੇ ਉੱਪਰ ਪੈ ਗਈ ਹੈ। ਪਰ ਮੈਂ ਫਿਰ ਵੀ ਕਹਿੰਦਾ ਕਿ ਵੀਰੋ, ਇਸ ਸਨਅਤਕਾਰੀ ਸੱਪ ਦੇ ਖਿਲਾਫ ਸਾਰੇ ਇਕੱਠੇ ਹੋ ਕੇ ਲੜੀਏ, ਇਸ ਮਿੱਟੀ ਨੂੰ ਪਿਆਰ ਕਰੋ। ਇੱਕ ਫ੍ਰੈਂਚ ਲੇਖਕ ਨੇ ਬਹੁਤ ਪਿਆਰਾ ਲਿਖਿਆ ਰਣਜੀਤ ਸਿੰਘ ਦੇ ਰਾਜ ਦੇ ਬਾਰੇ, ਕਹਿੰਦਾ ਕਿ ਦੁਨੀਆ ਦੇ ਵਿੱਚ ਉਹੀ ਇੱਕ ਸਰਕਾਰੇ ਖਾਲਸਾ ਸੀ, ਉਹੀ ਇੱਕ ਦਰਬਾਰੇ ਖਾਲਸਾ ਸੀ, ਜਿਸ ਸਰਕਾਰ ਦੇ ਹੁੰਦਿਆਂ, ਜਿਸ ਦੇ ਦਰਬਾਰ ਦੇ ਵਿੱਚ ਸਾਰੇ ਹੀ ਬਰਾਬਰ ਦੇ ਹੱਕਦਾਰ ਸਨ ਤੇ ਸਾਰੇ ਹੀ ਬਰਾਬਰ ਦੀਆਂ ਸੁੱਖ ਸਹੂਲਤਾਂ ਦੇ ਨਾਲ ਇੱਕ ਆਨੰਦਦਾਇਕ ਜ਼ਿੰਦਗੀ ਜੀ ਰਹੇ ਸਨ, ਕਿਉਂਕਿ ਉਹ ਸਰਕਾਰੇ ਖਾਲਸਾ ਤੇ ਦਰਬਾਰੇ ਖਾਲਸਾ ਨੂੰ ਪਿਆਰ ਤੇ ਤੇਹ ਕਰਦੇ ਸਨ। ਉਹੀ ਪਿਆਰ ਅਸੀਂ ਆਪਣੇ ਪੰਜਾਬ ਨੂੰ, ਪੰਜਾਬ ਦੀ ਮਿੱਟੀ ਨੂੰ, ਪੰਜਾਬ ਦੀ ਬੋਲੀ ਨੂੰ, ਪੰਜਾਬ ਦੀ ਸੰਸਕ੍ਰਿਤੀ ਨੂੰ, ਪੰਜਾਬ ਦੇ ਸੱਭਿਆਚਾਰ ਨੂੰ ਸਾਰੇ ਰਲ ਮਿਲ ਕੇ ਕਰੀਏ, ਤਾਂ ਫਿਰ ਇਸ ਸਨਅਤਕਾਰੀ ਸੱਪ ਦੇ ਹਮਲੇ ਤੋਂ, ਇਸ ਸਾਰੇ ਢਾਂਚੇ ਨੂੰ
ਆਪਣੀ ਕਿਰਤ ਨੂੰ ਬਚਾਇਆ ਜਾ ਸਕਦਾ ਹੈ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਫਤਿਹ ਦੀ ਸਾਂਝ, ਸਤਿਕਾਰ ਸਹਿਤ ਆਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।